ਹੋਰ ਕਿਹੜੇ-ਕਿਹੜੇ ਵਕੀਲ ਨੇ ਜਿਹੜੇ ਤੁਹਾਡੇ ਸਮੇਤ ਇਹਨਾਂ ਕੇਸਾਂ ਨੂੰ ਦੇਖ ਰਹੇ ਨੇ? ਉਹ ਜੋ ਨੈਸ਼ਨਲ ਸਿਕਿਉਰਿਟੀ ਐਕਟ ਹੈ ਉਹ 10 ਜੋ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਉਹਨਾਂ ਉੱਪਰ ਲੱਗਿਆ। ਤਾਂ ਤਕਰੀਬਨ 10 ਦੇ ਵਿੱਚੋਂ ਜੋ 7 ਜੋ ਆਗੂ ਨੇ ਉਹਨਾਂ ਦੇ ਜੋ ਕੇਸ ਮਾਨਯੋਗ ਹਾਈ ਕੋਰਟ ਵਿਖੇ ਜਿਨ੍ਹਾਂ ਵਿੱਚ ਅਸੀਂ ਜੋ ਚੈਲੰਜ ਕੀਤਾ ਹੈ ਜੋ ਐਨਐਸਏ ਅਧੀਨ ਉਹਨਾਂ ਦੇ ਗਰਾਊਂਡਸ ਆਫ ਡਿਟੈਂਸ਼ਨ ਨੇ, ਕਿਹੜੇ ਆਧਾਰ ਤੇ ਉਹਨਾਂ ਦੇ ਐਨਐਸਏ ਲਾਈ ਗਈ ਹੈ, ਉਹਨਾਂ ਨੂੰ ਅਸੀਂ ਚੈਲੰਜ ਕੀਤਾ ਹੈ। ਖਾਸ ਕਰ ਇਹਨਾਂ तमाम ਸਾਰੇ ਮਸਲਿਆਂ ਦੇ ਵਿੱਚ ਜਿੰਨੇ ਵੀ ਨੌਜਵਾਨਾਂ ਦੇ ਕੇਸ ਲੱਗੇ ਨੇ ਉਹਨਾਂ ਦਾ ਸਟੇਟਸ ਕੀ ਹੈ? ਜੋ ਸਰਕਾਰ ਨੇ ਜਵਾਬ ਦਾਇਰ ਕੀਤਾ ਉਸ 'ਚ ਕੱਖ ਵੀ ਨਹੀਂ। ਸਰਕਾਰ ਦੇ ਅਫਸਰ, ਸਰਕਾਰ ਦਾ ਡੀਸੀ ਕਹਿ ਰਿਹਾ ਗੁਰਮੀਤ ਸਿੰਘ ਬੁੱਕਣਵਾਲੇ ਦੇ ਬਾਰੇ ਜੋ ਡੀਸੀ ਅੰਮ੍ਰਿਤਸਰ ਲਿਖ ਰਿਹਾ ਵੀ ਇਹ ਕਦੇ ਅਜਨਾਲੇ ਗਿਆ ਹੀ ਨਹੀਂ, ਪਰ ਜੋ ਐਨਐਸਏ ਲਾਈ ਗਈ ਹੈ ਉਹ ਅਜਨਾਲੇ ਜਾਣ ਨੂੰ, ਅਜਨਾਲੇ ਵਾਲੀ ਘਟਨਾ ਨੂੰ ਇੱਕ ਆਧਾਰ ਬਣਾ ਕੇ ਐਨਐਸਏ ਲਾਈ ਗਈ ਹੈ। ਗੁਰਮੀਤ ਸਿੰਘ ਬੁੱਕਣਵਾਲੇ ਦੀ ਕੋਈ ਕੌਮੀ ਇਨਸਾਫ ਮੋਰਚੇ ਦੀ ਫੋਟੋ ਉੱਪਰ ਲਿਖ ਕੇ ਪੇਸ਼ ਕਰ ਰਹੇ ਹੈ, ਕੋਈ ਹੋਰ ਇੱਕ ਦੋ ਫੋਟੋਆਂ ਲਾ ਰਹੇ ਹੈ, ਪਰ ਅਜਨਾਲੇ ਕਾਂਡ ਦੇ ਵਿੱਚ ਕੋਈ ਫੋਟੋ ਹੀ ਹੈ ਨਹੀਂ ਉਹਨਾਂ। ਸਾਨੂੰ ਯਕੀਨ ਹੈ ਵੀ ਜਿਵੇਂ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ ਉਹ ਪੰਚਾਇਤਾਂ ਵਾਲੇ ਮਾਮਲੇ ਦੇ ਵਿੱਚ, ਉਵੇਂ ਐਨਐਸਏ ਵਾਲੇ ਕੇਸਾਂ ਦੇ ਵਿੱਚ ਵੀ ਸਾਨੂੰ ਇਨਸਾਫ ਮਿਲੇਗਾ। ਕਾਨੂੰਨੀ ਆਧਾਰ ਤੇ ਗੱਲ ਕੀਤੀ ਜਾਵੇ ਤਾਂ ਰਿਸਪੌਂਸ ਕਿਸ ਤਰ੍ਹਾਂ ਦਾ ਕਿ ਉਹ ਵੀ ਇਸ ਗੱਲ ਨੂੰ ਫੀਲ ਕਰਦੇ ਨੇ ਕਿ ਉਸੇ ਖਿੱਤੇ ਦੇ ਵਿੱਚ ਵਸਣ ਵਾਲੇ ਲੋਕ ਇਸ ਤਰੀਕੇ ਦੇ ਨਾਲ ਨੈਸ਼ਨਲ ਸਿਕਿਉਰਿਟੀ ਐਕਟ ਲਾ ਦੇਣਾ? ਸਿੱਖਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਤੇ ਤੁਸੀਂ ਸਿੱਖਾਂ ਦੇ ਨੌਜਵਾਨਾਂ ਤੇ ਐਨਐਸਏ ਲਾਈ ਜਾਂਦੇ, ਤਾਂ ਬੜੀ ਜ਼ਿਆਦਾ ਇੱਕ ਸ਼ਰਮ ਵਾਲੀ ਗੱਲ ਹੈ ਵੀ ਯਾਰ ਇਹ ਬਦਲਾਅ ਦੇਖਣਾ ਸੀ ਅਸੀਂ ਪੰਜਾਬ ਦੇ ਵਿੱਚ। ਜਿਹੜਾ ਐਨਐਸਏ ਪੰਜਾਬ 'ਚ ਲੱਗਿਆ ਨਹੀਂ ਸੀ ਕਦੇ 1994 ਤੋਂ ਬਾਅਦ, ਉਹਨੂੰ ਤੁਸੀਂ ਲਾ ਲਓ 2023 ਦੇ ਵਿੱਚ ਰਿਵਾਈਵ ਕਰ ਰਹੇ ਆ। ਜੋ ਕੈਪਟਨ ਸਰਕਾਰ ਸੀ, ਕਾਂਗਰਸ ਸਰਕਾਰ ਸੀ, ਉਹਨਾਂ ਨੇ UAPA ਲਾਏ। ਇੱਥੇ ਜੋ ਬੈਨਰ ਲਾ ਦਿੱਤਾ, ਕਿਸੇ ਨੇ ਕੋਈ ਝੰਡਾ ਚਲਾ ਦਿੱਤਾ, ਉਸ ਦੇ ਉੱਪਰ ਉਹਨਾਂ ਸਰਕਾਰਾਂ ਨੇ ਬੜਾ ਬੁਰਾ ਹਾਲ ਕੀਤਾ। ਤਾਂ ਇੱਥੇ ਦੇਖੋ ਇੱਕ ਆਪਦਾਪਣ ਕਿੱਥੇ ਹੈ ਸਰਕਾਰ ਦੇ ਵਿੱਚ। ਜੇ ਕੋਈ ਸਾਡੇ ਅਗੇਂਸਟ ਕੋਈ ਫੈਸਲਾ ਆਉਂਦਾ, ਸਾਨੂੰ ਪਹਿਲਾਂ ਤਾਂ ਪੂਰਨ ਤੌਰ ਤੇ ਯਕੀਨ ਹੈ ਵੀ ਜੋ ਐਨਐਸਏ ਹੈ 10 ਦੇ ਖਾਰਜ ਹੋਣਗੇ, ਪਰ ਫਿਰ ਵੀ ਅਸੀਂ ਜੋ ਮਾਨਯੋਗ ਸੁਪਰੀਮ ਕੋਰਟ ਤੱਕ ਜੋ ਇਹ ਜੋ ਜੰਗ ਹੈ, ਜੋ ਕਾਨੂੰਨੀ ਲੜਾਈ ਹੈ, ਇਹ ਲੜਨ ਦੇ ਲਈ ਪੂਰਨ ਤੌਰ ਤੇ ਤਿਆਰ ਹੈ। ਉਹਨਾਂ ਦਾ ਜਿਹੜਾ ਮਨੋਬਲ ਹੈ ਉਹ ਕਿਸ ਤਰੀਕੇ ਦਾ ਆ? ਕੀ ਚੜ੍ਹਦੀ ਕਲਾ 'ਚ ਨੇ ਉਹ ਇਹ ਪਹਿਲਾਂ ਹੀ ਪੂਰਨ ਤੌਰ ਤੇ ਤਿਆਰ ਸੀ ਵੀ ਜਦੋਂ ਅਸੀਂ ਕੋਈ ਪੰਜਾਬ ਦੀ ਪੱਖ ਦੀ ਜਾਂ ਕੌਮ ਦੇ ਪੱਖ ਦੀ ਗੱਲ ਕਰਾਂਗੇ ਤਾਂ ਸਾਡੇ ਜੋ ਇਹ ਔਕੜਾਂ ਆਉਣਗੀਆਂ ਤਾਂ ਮਾਨਸਿਕ ਤੌਰ ਤੇ ਤਿਆਰ ਨੇ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਪੰਜਾਬ ਪੱਖੀ ਵੱਡੀਆਂ ਲਹਿਰਾਂ ਪਨਪਦੀਆਂ ਰਹੀਆਂ ਨੇ, ਤਾਂ ਅਜਿਹੇ ਦੇ ਵਿੱਚ ਖਾਸ ਕਰ ਜੇ ਗੱਲ ਕੀਤੀ ਜਾਵੇ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੇ ਸਮੇਤ ਜਿੰਨੇ ਵੀ ਉਹਨਾਂ ਦੇ ਕਹਿ ਸਕਦੇ ਕਿ ਮੁੱਖ ਤੌਰ ਤੇ ਸਮਰਥਕ ਸੀ, ਉਹਨਾਂ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ, ਸੈਂਟਰ ਗੌਰਮੈਂਟ ਦੇ ਵੱਲੋਂ ਵੱਡੀ ਕਾਰਵਾਈ ਕਰਕੇ ਉਹਨਾਂ ਨੂੰ ਅਸਾਮ ਡਿਬਰੂਗੜ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ। ਤਾਂ ਇਸੇ ਦੇ ਵਿੱਚ ਖਾਸ ਕਰ ਜਿਹੜੇ ਇਸ ਮਸਲਿਆਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਕਹੇ ਜਾ ਸਕਦੇ ਨੇ, ਚਾਹੇ ਉਹ ਪੰਜਾਬ ਦੇ ਵਿੱਚ ਹੋਣ, ਚਾਹੇ ਪੰਜਾਬ ਦੀ ਸਰਜ਼ਮੀਨ ਦੇ ਨਾਲ ਜੁੜੇ ਹੋਣ ਕਰਕੇ ਵਿਦੇਸ਼ਾਂ ਦੇ ਵਿੱਚ ਵੀ ਹੋਣ, ਤਾਂ ਉਹਨਾਂ ਦੇ ਵੱਲੋਂ ਇੱਕ ਖਾਸ ਜਾਣਕਾਰੀ ਲੰਬੇ ਸਮੇਂ ਤੋਂ ਮੰਗੀ ਜਾ ਰਹੀ ਹੈ ਕਿ ਉਹਨਾਂ ਕੇਸਾਂ ਦਾ ਸਟੇਟਸ ਕੀ ਹੈ, ਕਿਸ ਤਰੀਕੇ ਦੇ ਨਾਲ ਲੜਿਆ ਜਾਵੇਗਾ, ਕਿਹੜੇ-ਕਿਹੜੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਕੇਸਾਂ ਨੂੰ ਟੈਕਨੀਕਲ ਪੱਖ ਤੋਂ ਕਾਨੂੰਨੀ ਤਰੀਕੇ ਦੇ ਨਾਲ ਲੜਾਈ ਲੜੀ ਜਾ ਰਹੀ ਹੈ। ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ, ਔਰ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਇਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਇਮਾਨ ਸਿੰਘ ਖਾਰਾ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਖਾਰਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਖਾਰਾ ਸਾਹਿਬ, ਜਿਸ ਤਰੀਕੇ ਦੇ ਨਾਲ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਮੇਤ ਜਿੰਨੇ ਵੀ ਉਹਨਾਂ ਦੇ ਮੁੱਖ ਤੌਰ ਤੇ ਸਮਰਥਕ ਨੇ, ਉਹਨਾਂ ਦੇ ਕੇਸ ਤੁਸੀਂ ਦੇਖ ਰਹੇ ਹੋ, ਕਿਹੜੇ-ਕਿਹੜੇ ਨੌਜਵਾਨ ਨੇ ਜਾਂ ਜਿਹੜੇ ਹੋਰ ਕਿਹੜੇ-ਕਿਹੜੇ ਵਕੀਲ ਨੇ ਜਿਹੜੇ ਤੁਹਾਡੇ ਸਮੇਤ ਇਹਨਾਂ ਕੇਸਾਂ ਨੂੰ ਦੇਖ ਰਹੇ ਨੇ? ਦੇਖੋ ਜੀ, ਫਿਲਹਾਲ ਜੋ ਐਨਐਸਏ ਲੱਗੀ ਹੋਈ ਹੈ ਨਾ ਜੀ, ਉਹ ਜੋ ਨੈਸ਼ਨਲ ਸਿਕਿਉਰਿਟੀ ਐਕਟ ਹੈ ਉਹ 10 ਜੋ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਉਹਨਾਂ ਉੱਪਰ ਲੱਗਿਆ, ਤੇ ਜਿਨ੍ਹਾਂ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਹੋਰ ਜਿਹੜੇ ਸਾਥੀ ਆਗੂ ਨੇ ਉਹਨਾਂ ਤੇ ਉਹ ਸੈਂਟਰਲ ਜੇਲ੍ਹ ਡਿਬਰੂਗੜ੍ਹ ਵਿਖੇ ਨਜ਼ਰਬੰਦ ਨੇ। ਤੇ ਉਸ ਤੋਂ ਬਾਅਦ ਜੋ ਅਸੀਂ ਸਾਰਿਆਂ ਨਾਲੋਂ ਪਹਿਲਾਂ ਜੋ ਕੇਸ ਲਾਇਆ ਸੀ, ਉਹ ਜੋ ਲਾਇਆ ਸੀ ਗੁਰਮੀਤ ਸਿੰਘ ਬੁੱਕਣਵਾਲਾ ਦਾ। ਉਸ ਤੋਂ ਬਾਅਦ ਜਿਹੜੇ ਹੋਰ ਕੇਸ ਲਾਏ ਨੇ, ਜੋ ਬਸੰਤ ਸਿੰਘ ਦੌਲਤਪੁਰਾ, ਕਪਲਪ੍ਰੀਤ ਸਿੰਘ, ਕੁਲਵੰਤ ਸਿੰਘ ਰਾਊਕੇ, ਪ੍ਰਧਾਨ ਮੰਤਰੀ ਬਾਜੇਕੇ, ਤੇ ਉਸ ਤੋਂ ਬਾਅਦ ਜੋ ਹੁਣ ਜੋ ਕੇਸ ਲੱਗੇ ਨੇ ਦਲਜੀਤ ਸਿੰਘ ਕਲਸੀ ਅਤੇ ਗੁਰੌਜਲਾ, ਤਾਂ ਤਕਰੀਬਨ 10 ਦੇ ਵਿੱਚੋਂ ਜੋ 7 ਜੋ ਆਗੂ ਨੇ ਉਹਨਾਂ ਦੇ ਜੋ ਕੇਸ ਮਾਨਯੋਗ ਹਾਈ ਕੋਰਟ ਵਿਖੇ ਜਿਨ੍ਹਾਂ ਵਿੱਚ ਅਸੀਂ ਜੋ ਚੈਲੰਜ ਕੀਤਾ ਹੈ
ਜੋ ਐਨਐਸਏ ਅਧੀਨ ਉਹਨਾਂ ਦੇ ਗਰਾਊਂਡਸ ਆਫ ਡਿਟੈਂਸ਼ਨ ਨੇ, ਕਿਹੜੇ ਆਧਾਰ ਤੇ ਉਹਨਾਂ ਤੇ ਐਨਐਸਏ ਲਾਈ ਗਈ ਹੈ, ਉਹਨਾਂ ਨੂੰ ਅਸੀਂ ਚੈਲੰਜ ਕੀਤਾ ਹੈ। ਹੇਬੀਅਸ ਕਾਰਪਸ ਦੀਆਂ ਰਿਟਾਂ ਪਾਈਆਂ ਨੇ ਤੇ ਉਸ ਤੋਂ ਬਾਅਦ ਹੁਣ ਜੋ 7 ਕੇਸ ਨੇ ਉਹ ਅਗਲੇ ਹਫਤੇ ਜੋ ਤਰੀਕ ਹੈ 5 ਸਤੰਬਰ 2023 ਉਦੋਂ ਪੈਂਡਿੰਗ ਹੈ ਤੇ ਉਦੋਂ ਦੇਖਦੇ ਹਾਂ ਜੀ ਕੀ ਹੁੰਦਾ ਜੀ। ਅਜੇ ਤੱਕ ਜਿਹੜੇ ਨੌਜਵਾਨਾਂ ਦੇ ਤੁਸੀਂ ਕੇਸ ਲਾ ਚੁੱਕੇ ਹੋ, ਖਾਸ ਕਰ ਕਿਉਂਕਿ ਮੀਡੀਆ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਪ੍ਰਚਾਰਿਆ ਜਾਂਦਾ ਰਿਹਾ ਕਿ ਜਿਹੜੇ ਖਾਸ ਕਰ ਝਾੜ ਪਾਈ ਗਈ ਹੈ, ਇਸ ਤਰ੍ਹਾਂ ਦੇ ਵੱਡੇ ਜਿਹੜੇ ਸ਼ਬਦ ਵਰਤੇ ਗਏ ਜਿਹਦੇ ਨਾਲ ਕਹਿ ਸਕਦੇ ਹਾਂ ਕਿ ਇੱਕ ਹਿੱਸਾ ਜਿਹਨੂੰ ਨਿਰਾਸ਼ਤਾ ਦਾ ਸਾਹਮਣਾ ਵੀ ਕਰਨਾ ਪਿਆ। ਤੇ ਖਾਸ ਕਰ ਇਹਨਾਂ ਤਮਾਮ ਸਾਰੇ ਮਸਲਿਆਂ ਦੇ ਵਿੱਚ ਜਿੰਨੇ ਵੀ ਨੌਜਵਾਨਾਂ ਦੇ ਕੇਸ ਲੱਗੇ ਨੇ ਉਹਨਾਂ ਦਾ ਸਟੇਟਸ ਕੀ ਹੈ? ਨਹੀਂ ਦੇਖੋ ਜੀ, ਇਹ ਮੈਂ ਕਹੂੰਗਾ ਕੁਝ ਕੁ ਜਿਹੜੇ ਵਿਕਾਊ ਮੀਡੀਆ ਹੈਗਾ ਪੰਜਾਬ ਦਾ, ਜੋ ਇਸ ਸਮੇਂ ਸੱਤਾ ਤੇ ਜੋ ਪਾਰਟੀ ਹੈ ਕਾਬਜ, ਜੋ ਉਸ ਪਾਰਟੀ ਦਾ ਕੁੱਕਰ ਮੀਡੀਆ ਬਣ ਚੁੱਕਿਆ ਹੈ ਤੇ ਉਹ ਮੀਡੀਆ ਨੇ ਅਜਿਹਾ ਕੁਝ ਬੜਾ ਕੂੜ ਪ੍ਰਚਾਰ ਕੀਤਾ। ਪਰ ਜਿਹੜੇ ਸਾਡੇ ਕੇਸ ਨੇ ਉਹ ਵੈਰੀ ਵੈਲ ਮੇਨਟੇਨੇਬਲ ਨੇ। ਕਿੰਨੀਆਂ ਉਸ ਤਰੀਕਾਂ ਪੈ ਚੁੱਕੀਆਂ ਨੇ, ਸਰਕਾਰ ਨੇ ਜਵਾਬ ਵੀ ਦਾਇਰ ਕਰ ਚੁੱਕੀ ਹੈ। ਹਾਲਾਂਕਿ ਸਰਕਾਰ, ਜਿਵੇਂ ਦੇਖੋ ਪੰਜਾਬ ਸਰਕਾਰ ਦਾ ਪਿਛਲੇ ਦਿਨੀ ਇੱਕ ਬੜਾ ਬੁਰਾ ਹਾਲ ਹੋਇਆ ਇੱਕ ਕੇਸ ਦੇ ਵਿੱਚ, ਜੋ ਇਹਨਾਂ ਨੇ ਪੰਚਾਇਤਾਂ ਭੰਗ ਕੀਤੀਆਂ ਨੇ ਪੰਜਾਬ ਦੇ ਵਿੱਚ। ਉੱਥੇ ਸਰਕਾਰ ਤੋਂ ਮਾਣਯੋਗ ਹਾਈ ਕੋਰਟ ਵੱਲੋਂ ਜਵਾਬ ਤਲਬੀ ਕੀਤੀ ਗਈ ਵੀ ਤੁਸੀਂ ਕਿਸ ਆਧਾਰ ਤੇ ਕੀਤੀਆਂ ਨੇ, ਕੀ ਅਬਿਊਜ਼ ਆਫ ਪਾਵਰ ਹੈ ਤੁਹਾਡੇ ਕੋਲ, ਕੀ ਤੁਸੀਂ ਐਡਵਰਟਾਈਜ਼ਮੈਂਟ ਤੇ ਕਿੰਨਾ ਜੋ ਖਰਚਾ ਜੋ ਫਜ਼ੂਲ ਕਰ ਰਹੇ ਹੋ ਉੱਥੇ ਇਸ ਚੀਜ਼ ਤੇ ਜੋ ਬੜੇ ਆਰਗੂਮੈਂਟਸ ਹੋਏ ਸੀ। ਤਾਂ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਨੂੰ ਆਖਿਰ ਉਹ ਫੈਸਲਾ ਆਪਦਾ ਵਾਪਸ ਲੈਣਾ ਪਿਆ ਤੇ ਉਸ ਤੋਂ ਬਾਅਦ ਜੋ ਹੁਣ ਐਨਐਸਏ ਵਾਲੇ ਕੇਸਾਂ ਦੇ ਵਿੱਚ ਕੀ ਹੈ, ਜੋ ਸਰਕਾਰ ਨੇ ਜਵਾਬ ਦਾਇਰ ਕੀਤਾ ਉਸ 'ਚ ਕੱਖ ਵੀ ਨਹੀਂ। ਸਰਕਾਰ ਦੇ ਅਫਸਰ, ਸਰਕਾਰ ਦਾ ਡੀਸੀ ਕਹਿ ਰਿਹਾ ਗੁਰਮੀਤ ਸਿੰਘ ਬੁੱਕਣਵਾਲੇ ਦੇ ਬਾਰੇ ਜੋ ਡੀਸੀ ਅੰਮ੍ਰਿਤਸਰ ਲਿਖ ਰਿਹਾ ਵੀ ਇਹ ਕਦੇ ਅਜਨਾਲੇ ਗਿਆ ਹੀ ਨਹੀਂ। ਪਰ ਜੋ ਐਨਐਸਏ ਲਾਈ ਗਈ ਹੈ ਉਹ ਅਜਨਾਲੇ ਜਾਣ ਨੂੰ, ਅਜਨਾਲੇ ਵਾਲੀ ਘਟਨਾ ਨੂੰ ਇੱਕ ਆਧਾਰ ਬਣਾ ਕੇ ਐਨਐਸਏ ਲਾਈ ਗਈ ਹੈ। ਤੁਸੀਂ ਦੇਖੋ, ਪਰ ਸਰਕਾਰ ਦੇ ਅਫਸਰਾਂ ਦੇ ਬਿਆਨ ਨਹੀਂ ਰਲ ਰਹੇ, ਐਸਐਸਪੀ ਦਾ ਬਿਆਨ ਨਹੀਂ ਰਲ ਰਿਹਾ ਉਹਦੇ ਵਿੱਚ। ਤਾਂ ਬੜਾ ਜ਼ਿਆਦਾ ਜਿਵੇਂ ਸਰਕਾਰ ਨੂੰ, ਸਾਨੂੰ ਯਕੀਨ ਹੈ ਵੀ ਜਿਵੇਂ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ ਉਹ ਪੰਚਾਇਤਾਂ ਵਾਲੇ ਮਾਮਲੇ ਦੇ ਵਿੱਚ, ਉਵੇਂ ਐਨਐਸਏ ਵਾਲੇ ਕੇਸਾਂ ਦੇ ਵਿੱਚ ਵੀ ਸਾਨੂੰ ਇਨਸਾਫ ਮਿਲੇਗਾ। ਬੜੀਆਂ ਮਾਣਯੋਗ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ ਜਿੱਥੇ ਐਨਐਸਏ ਕੁਐਸ਼ ਹੋਇਆ, ਜੋ ਗਰਾਊਂਡਸ ਕੁਐਸ਼ ਹੋਏ ਨੇ ਐਨਐਸਏ ਦੇ ਵਿੱਚ। ਇੱਥੇ ਦੇਖੋ ਜੋ ਐਨਐਸਏ ਲਾਏ ਨੇ ਉਹਨਾਂ ਨੇ ਕੀ ਕਿਹਾ ਕਿ ਐਨਐਸਏ ਲਾਏ ਹੈ ਵੀ ਇਹ ਤਾਂ ਜੀ ਭਾਈ ਅੰਮ੍ਰਿਤਪਾਲ ਸਿੰਘ ਦਾ ਈਵੈਂਟ ਮੈਨੇਜਰ ਹੈ, ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਪੀਏ ਹੈ, ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਐਡਵਾਈਜ਼ਰ। ਕਦੇ ਅਜਿਹੀਆਂ ਚੀਜ਼ਾਂ ਦੇ ਵਿੱਚ, ਹਾਲਾਂਕਿ ਉਹਨਾਂ ਬੰਦਿਆਂ ਦੇ ਉੱਪਰ ਕੱਖ ਵੀ ਨਹੀਂ ਗਰਾਊਂਡ ਦੇ ਵਿੱਚ। ਕੀ ਤੁਸੀਂ ਲਾ ਲਓ ਅਜਿਹਿਆਂ ਦੇ ਵਿੱਚ ਵੀ ਐਨਐਸਏ ਲੱਗਦੀ ਹੁੰਦੀ ਹੈ? ਕੋਈ ਉਹਨਾਂ ਨੂੰ ਕਿਹਾ ਤੁਸੀਂ ਫੋਟੋਆਂ ਪੇਸ਼ ਕਰ ਦਿਓ ਵੀ ਗੁਰਮੀਤ ਸਿੰਘ ਬੁੱਕਣਵਾਲਾ ਜਾਂ ਕੋਈ ਹੋਰ ਕੋਈ ਅਜਨਾਲੇ ਗਿਆ ਸੀ, ਅਜਨਾਲੇ ਨੂੰ ਆਧਾਰ ਬਣਾਇਆ ਨਾ ਉਹਨਾਂ ਨੇ, ਉਹ ਕੋਈ ਫੋਟੋਆਂ ਵੀ ਜਵਾਬ ਦੇ ਵਿੱਚ ਨਹੀਂ ਆਈਆਂ। ਗੁਰਮੀਤ ਸਿੰਘ ਬੁੱਕਣਵਾਲੇ ਦੀ ਕੋਈ ਕੌਮੀ ਇਨਸਾਫ ਮੋਰਚੇ ਦੀ ਫੋਟੋ ਉੱਪਰ ਲਿਖ ਕੇ ਪੇਸ਼ ਕਰ ਰਹੇ ਹੈ, ਕੋਈ ਹੋਰ 1-2 ਫੋਟੋਆਂ ਲਾ ਰਹੇ ਹੈ, ਪਰ ਅਜਨਾਲੇ ਕਾਂਡ ਦੇ ਵਿੱਚ ਕੋਈ ਫੋਟੋ ਹੀ ਹੈ ਨਹੀਂ ਉਹਨਾਂ ਦੀ। ਤਾਂ ਤੁਸੀਂ ਦੇਖ ਲਓ ਅਜਿਹੀਆਂ ਗੱਲਾਂ ਨੂੰ ਆਧਾਰ ਬਣਾ ਕੇ ਮੈਂ ਕਹੂੰਗਾ ਸਰਕਾਰ ਵੱਲੋਂ ਇਹ ਸਰਾਸਰ ਅਬਿਊਜ਼ ਆਫ ਪਾਵਰ ਹੈ। ਖਾਰਾ ਸਾਹਿਬ, ਜੇ ਗੱਲ ਕੀਤੀ ਜਾਵੇ ਤਾਂ ਖਾਸ ਕਰ ਜਿਹੜੇ ਖਿੱਤੇ ਦੇ ਵਿੱਚ ਵਸਣ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਨਿਆਂ ਪ੍ਰਣਾਲੀ ਦੇ ਉੱਪਰ ਬਹੁਤ ਵੱਡਾ ਵਿਸ਼ਵਾਸ ਹੁੰਦਾ ਹੈ, ਯਕੀਨ ਹੁੰਦਾ ਹੈ। ਤੇ ਜਦੋਂ ਤੁਸੀਂ ਵੀ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੌਜਵਾਨਾਂ ਦੇ ਕੇਸ ਲੜਦੇ ਹੋ ਤੇ ਖਾਸ ਕਰ ਜੱਜ ਸਾਹਿਬਾਨ ਦੇ ਵੱਲੋਂ ਜਾਂ ਜਿਹੜੇ ਹੋਰ ਕਾਨੂੰਨੀ ਆਧਾਰ ਤੇ ਗੱਲ ਕੀਤੀ ਜਾਵੇ ਤਾਂ ਰਿਸਪੌਂਸ ਕਿਸ ਤਰ੍ਹਾਂ ਦਾ, ਕਿ ਉਹ ਵੀ ਇਸ ਗੱਲ ਨੂੰ ਫੀਲ ਕਰਦੇ ਨੇ ਕਿ ਉਸੇ ਖਿੱਤੇ ਦੇ ਵਿੱਚ ਵਸਣ ਵਾਲੇ ਲੋਕ ਇਸ ਤਰੀਕੇ ਦੇ ਨਾਲ ਨੈਸ਼ਨਲ ਸਿਕਿਉਰਿਟੀ ਐਕਟ ਲਾ ਦੇਣਾ? ਨਹੀਂ ਦੇਖੋ ਜੀ, ਬੜੀ ਮੈਂ ਕਹੂੰਗਾ ਇੱਕ ਨਖੇਦੀ ਵਾਲੀ ਗੱਲ ਹੈ। ਜਿਹੜੇ ਪੰਜਾਬ ਦੇ ਇਸ ਸਮੇਂ ਦੇ ਮੰਤਰੀ ਨੇ, ਜਿਹੜੇ ਮੰਤਰੀ ਹੈਗੇ ਨੇ, ਤੁਸੀਂ ਸਿੱਖ ਹੋ, ਸਿੱਖਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਤੇ ਤੁਸੀਂ ਸਿੱਖਾਂ ਦੇ ਨੌਜਵਾਨਾਂ ਤੇ ਤਾਂ ਐਨਐਸਏ ਲਾਈ ਜਾਂਦੇ ਹੋ। ਤਾਂ ਬੜੀ ਜ਼ਿਆਦਾ ਇੱਕ ਸ਼ਰਮ ਵਾਲੀ ਗੱਲ ਹੈ ਵੀ ਯਾਰ ਇਹ ਬਦਲਾਅ ਦੇਖਣਾ ਸੀ ਅਸੀਂ ਪੰਜਾਬ ਦੇ ਵਿੱਚ। ਤੁਸੀਂ ਦੇਖੋ ਜਿਹੜੇ ਪਟਵਾਰੀ ਨੇ, ਪਟਵਾਰੀਆਂ ਦੇ ਉੱਪਰ ਜਿਹੜਾ ਰੈਵਨਿਊ ਦੇ ਅਫਸਰ ਨੇ ਉਹਨਾਂ ਤੇ ESMA ਲਾ ਰਹੇ ਹੈ। ਤੁਸੀਂ ਲਾ ਲਓ ਜਿਹੜਾ ਐਨਐਸਏ ਪੰਜਾਬ 'ਚ ਲੱਗਿਆ ਨਹੀਂ ਸੀ ਕਦੇ 1994 ਤੋਂ ਬਾਅਦ, ਉਹਨੂੰ ਤੁਸੀਂ ਲਾ ਲਓ 2023 ਦੇ ਵਿੱਚ ਇਹ ਰਿਵਾਈਵ ਕਰ ਰਹੇ ਹੈ। ਉਸ ਤੋਂ ਬਾਅਦ ਇਹ ਜੋ ਹੈਗੇ ਨੇ ਆਪਣੇ ਜੋ ਹੜ੍ਹਾਂ ਦੇ ਵਿੱਚ ਕਿੰਨਾ ਲੋਕਾਂ ਦਾ ਜੋ ਬੁਰਾ ਹਾਲ ਹੋਇਆ, ਉਸ ਤੋਂ ਬਾਅਦ ਜਿਹੜੇ ਪਟਵਾਰੀਆਂ ਦੇ ਉੱਪਰ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ। ਤੇ ਇਸ ਬਦਲਾਅ ਵਾਲੀ ਕਿਹੜੀ ਗੱਲ ਹੈ? ਬਦਲਾਅ ਤਾਂ ਲੱਗਦਾ ਹੀ ਕੋਈ ਨਹੀਂ। ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਚੀਜ਼ਾਂ ਬੰਦ ਕਰ ਦਿੱਤੀਆਂ ਸੀ, ਲੋਕ ਤਾਂ ਆਪਦੀ ਸਰਕਾਰ ਚਾਹੁੰਦੇ ਸੀ। ਜੋ ਕੈਪਟਨ ਸਰਕਾਰ ਸੀ, ਕਾਂਗਰਸ ਸਰਕਾਰ ਸੀ, ਉਹਨਾਂ ਨੇ UAPA ਲਾਏ। ਇੱਥੇ ਜੋ ਬੈਨਰ ਲਾ ਦਿੱਤਾ, ਕਿਸੇ ਨੇ ਕੋਈ ਝੰਡਾ ਚਲਾ ਦਿੱਤਾ, ਉਸ ਦੇ ਉੱਪਰ ਉਹਨਾਂ ਸਰਕਾਰਾਂ ਨੇ ਬੜਾ ਬੁਰਾ ਹਾਲ ਕੀਤਾ। ਤਾਂ ਇੱਥੇ ਦੇਖੋ ਇੱਕ ਆਪਦਾਪਣ ਕਿੱਥੇ ਹੈ ਸਰਕਾਰ ਦੇ ਵਿੱਚ, ਉਹ ਤਾਂ ਦਿਸਦਾ ਹੀ ਕਿਤੇ ਨਹੀਂ। ਤੁਸੀਂ ਲਾ ਲਓ ਐਡੀ ਵੱਡੀ ਤੁਸੀਂ ਕਾਨੂੰਨ ਲਾਈ ਜਾਂਦੇ ਹੋ, ਐਡਾ ਵੱਡਾ ਪੰਜਾਬ ਦੇ ਤੁਸੀਂ ਆਪਰੇਸ਼ਨ ਕਰ ਦਿੱਤਾ। ਕਿਵੇਂ ਉਦੋਂ 18 ਮਾਰਚ ਤੋਂ ਬਾਅਦ ਹਰੀਕੇ ਹੈਡ ਕੀ ਕੀਤਾ ਇਹਨਾਂ ਨੇ?
ਪੱਤਰਕਾਰਾਂ ਦੀਆਂ ਗੱਡੀਆਂ ਨੂੰ ਇਹਨਾਂ ਨੇ ਸੂਲਾਂ ਮਾਰ-ਮਾਰ ਕੇ ਉਹਨਾਂ ਦੇ ਕਵਰ ਤੱਕ ਪਾੜ ਦਿੱਤੇ, ਗੱਡੀਆਂ ਦੇ ਉਹਦੇ ਸ਼ੀਸ਼ੇ ਤੋੜ ਦਿੱਤੇ। ਵੀ ਇੰਨਾ ਜ਼ਿਆਦਾ ਅਣਮਨੁੱਖੀ ਅਤਿਆਚਾਰ, ਇੱਕ ਜਾਹਿਲਪੁਣਾ ਤਾਂ ਮੇਰੇ ਹਿਸਾਬ ਨਾਲ 1990 ਦੇ ਦਹਾਕੇ ਦੇ ਵਿੱਚ ਉਦੋਂ ਕਾਂਗਰਸ ਸਰਕਾਰ ਨੇ ਕੀਤਾ ਸੀ, ਉਸ ਤੋਂ ਬਾਅਦ 'ਚ ਹੋਇਆ ਹੀ ਕੋਈ ਨਹੀਂ। ਇਦੋਂ ਪਹਿਲਾਂ ਬਰਗਾੜੀ ਦੇ ਵਿੱਚ ਗੋਲੀਆਂ ਮਾਰੀਆਂ ਸੀ। ਤਾਂ ਇੱਥੇ ਕੀ ਹੈ ਵੀ ਸਾਨੂੰ ਜੋ ਮਾਣਯੋਗ ਹਾਈ ਕੋਰਟ ਤੇ ਪੂਰਨ ਤੌਰ ਤੇ ਜੋ ਸਾਨੂੰ ਭਰੋਸਾ ਹੈਗਾ, ਅਸੀਂ ਇੱਕ ਕਾਨੂੰਨੀ ਲੜਾਈ ਲੜ ਰਹੇ ਹਾਂ। ਕਾਨੂੰਨੀ ਲੜਾਈ ਦੇ ਵਿੱਚ ਜੋ ਅਪਸ ਐਂਡ ਡਾਊਨਸ ਵੀ ਆਉਂਦੇ ਨੇ, ਕਾਨੂੰਨੀ ਲੜਾਈ ਦੇ ਵਿੱਚ ਇੱਕ ਜੋ ਹੈਗਾ ਜੋ ਫੈਸਲਾ ਹੋਣਾ ਹੁੰਦਾ ਹੈ ਇੱਕ ਧਿਰ ਦੇ ਪੱਖ ਦੇ ਵਿੱਚ ਤੇ ਦੂਜੀ ਧਿਰ ਜੋ ਕੇਸ ਹਾਰਦੀ ਹੁੰਦੀ ਹੈ। ਪਰ ਅਸੀਂ ਜੋ ਪੂਰਨ ਤੌਰ ਤੇ ਸਾਨੂੰ ਯਕੀਨ ਹੈ ਮਾਣਯੋਗ ਹਾਈ ਕੋਰਟ ਦੇ ਉੱਪਰ, ਜਿੰਨੇ ਵਕੀਲ ਸਾਹਿਬਾਨ ਕੇਸ ਲੜ ਰਹੇ ਨੇ ਬੜੀ ਜੋ ਜ਼ਿੰਮੇਵਾਰੀ ਨਾਲ ਲੜ ਰਹੇ ਨੇ। SGPC ਵੱਲੋਂ ਸਾਨੂੰ ਸਹਿਯੋਗ ਮਿਲ ਰਿਹਾ ਹੈ, ਉਹਨਾਂ ਦੇ ਵਕੀਲ ਸਾਹਿਬ ਉੱਥੇ ਜੋ ਸਹਿਯੋਗ ਕਰਦੇ ਨੇ। ਤੇ ਉਸ ਤੋਂ ਬਾਅਦ ਜੋ ਸਾਨੂੰ ਲੱਗਦਾ, ਪਰ ਅਸੀਂ ਫਿਰ ਵੀ ਜੇ ਕੋਈ ਸਾਡੇ ਅਗੇਂਸਟ ਕੋਈ ਫੈਸਲਾ ਆਉਂਦਾ, ਸਾਨੂੰ ਪਹਿਲਾਂ ਤਾਂ ਪੂਰਨ ਤੌਰ ਤੇ ਯਕੀਨ ਹੈ ਵੀ ਜੋ NSA ਹੈ 10 ਦੇ ਖਾਰਜ ਹੋਣਗੇ। ਪਰ ਫਿਰ ਵੀ ਅਸੀਂ ਜੋ ਮਾਣਯੋਗ ਸੁਪਰੀਮ ਕੋਰਟ ਤੱਕ ਜੋ ਇਹ ਜੋ ਜੰਗ ਹੈ, ਜੋ ਕਾਨੂੰਨੀ ਲੜਾਈ ਹੈ, ਇਹ ਲੜਨ ਦੇ ਲਈ ਪੂਰਨ ਤੌਰ ਤੇ ਤਿਆਰ ਹਾਂ ਜੀ। ਕਾਨੂੰਨੀ ਐਂਗਲ ਤੋਂ ਜਾਣਕਾਰੀ ਲੈਣ ਵਾਸਤੇ ਜਾਂ ਉਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਡਿਬਰੂਗੜ੍ਹ ਵੀ ਤੁਸੀਂ ਕਈ ਵਾਰ ਜਾ ਕੇ ਆਏ ਹੋ, ਨਿੱਜੀ ਤੌਰ ਤੇ ਵੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੋਏਗੀ। ਉਹਨਾਂ ਦਾ ਜਿਹੜਾ ਮਨੋਬਲ ਹੈ ਉਹ ਕਿਸ ਤਰੀਕੇ ਦਾ ਆ, ਕੀ ਚੜ੍ਹਦੀ ਕਲਾ 'ਚ ਨੇ ਉਹ? ਨਹੀਂ ਦੇਖੋ, ਬਿਲਕੁਲ ਜੋ ਮੈਂ ਉੱਥੇ ਜਾਣਾ, ਜੋ ਮਹੀਨੇ ਦੇ ਵਿੱਚ ਜਾਣਾ ਹੁੰਦਾ ਇੱਕ ਵਾਰ, ਉਹਨਾਂ ਸਾਰਿਆਂ ਨਾਲ ਮਿਲ ਕੇ ਆਉਣਾ। ਜੋ ਉੱਥੋਂ ਦੀ ਅਸਾਮ ਸਰਕਾਰ ਨੇ ਉਹਨਾਂ ਨੂੰ ਜੋ ਟੈਲੀਫੋਨ ਤੇ ਆਫੀਸ਼ੀਅਲੀ ਫੋਨ ਕਰਨ ਤੇ ਵੀ ਜੋ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਸੀ, ਤਾਂ ਮੈਨੂੰ ਫੋਨ ਆਉਂਦਾ ਹੁੰਦਾ ਜੋ ਹਫਤੇ ਦੇ ਵਿੱਚ 1-2 ਵਾਰ ਜਦੋਂ ਉਹਨਾਂ ਨੂੰ ਅਲਾਉ ਕਰਦੇ ਨੇ। ਭਾਈ ਅੰਮ੍ਰਿਤਪਾਲ ਸਿੰਘ ਨਾਲ ਜੋ ਜਿੰਨੀ ਜੋ ਕਾਨੂੰਨੀ ਵਿਚਾਰ ਚਰਚਾ ਹੁੰਦੀ ਹੈ ਟੈਲੀਫੋਨ ਦੇ ਉੱਪਰ, ਜੋ ਬਾਕੀਆਂ ਦੇ ਫੋਨ ਆਉਂਦੇ ਹੁੰਦੇ ਨੇ, ਤਾਂ ਇੱਕ ਹਿਸਾਬ ਨਾਲ ਉਹ ਇਹ ਪਹਿਲਾਂ ਹੀ ਪੂਰਨ ਤੌਰ ਤੇ ਤਿਆਰ ਸੀ ਵੀ ਜਦੋਂ ਅਸੀਂ ਕੋਈ ਪੰਜਾਬ ਦੀ ਪੱਖ ਦੀ ਜਾਂ ਕੌਮ ਦੇ ਪੱਖ ਦੀ ਗੱਲ ਕਰਾਂਗੇ ਤਾਂ ਸਾਡੇ ਜੋ ਇਹ ਔਕੜਾਂ ਆਉਣਗੀਆਂ, ਤਾਂ ਮਾਨਸਿਕ ਤੌਰ ਤੇ ਤਿਆਰ ਨੇ ਵੀ ਜੋ ਸਰਕਾਰ ਹੈ ਵੀ ਇਹ ਤਾਂ ਜੋ ਮੁੱਢ ਕਰੀਰ ਤੋਂ ਹੀ ਅਜਿਹੀ ਜੋ ਤਸ਼ੱਦਦ ਕਰਦੀ ਆਈ ਹੈ, ਤੇ ਉਹ ਰੈਡੀ ਨੇ ਇਸ ਚੀਜ਼ ਲਈ। ਕੋਈ ਮਨੋਬਲ ਨਹੀਂ ਉਹਨਾਂ ਦਾ ਟੁੱਟਿਆ। ਕੁਝ ਲੋਕ ਅਜਿਹੀਆਂ ਜੋ ਫੇਕ ਖਬਰਾਂ ਫੈਲਾਉਂਦੇ ਹੁੰਦੇ, ਸੋਸ਼ਲ ਮੀਡੀਆ ਤੇ ਬੋਲਦੇ ਰਹਿੰਦੇ ਨੇ ਜੀ ਵੀ ਆਪਸ ਲੜ ਪਏ ਨੇ, ਵੀ ਆਪਸ ਦੇ ਵਿੱਚ ਉਹਨਾਂ ਨੇ ਇੱਕ ਦੂਜੇ ਨੇ ਕੁੱਟਮਾਰ ਕੀਤੀ ਹੈ, ਆਪਸ 'ਚ ਬੰਦ ਹੀ ਨਹੀਂ। ਤਾਂ ਉਹ ਸਰਾਸਰ ਜੋ ਏਜੰਸੀਆਂ ਦੇ ਕਹਿਣ ਦੇ ਉਹ ਜੋ ਫੇਕ ਖਬਰਾਂ ਫੈਲਾਉਂਦੇ ਨੇ, ਅਜਿਹੀ ਕੋਈ ਗੱਲ ਨਹੀਂ। ਆਪਸ 'ਚ ਪੂਰਨ ਤੌਰ ਤੇ ਉਹ ਭਾਈਚਾਰਕ ਸਾਂਝ ਹੈ, ਜਥੇਬੰਦਕ ਤੌਰ ਤੇ ਉਹ ਇਕੱਠੇ ਨੇ, ਉਹਨਾਂ 'ਚ ਪ੍ਰੇਮ ਹੈ, ਤੇ ਉਹ ਜੋ ਸਾਰੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ। ਅਜਿਹੀ ਕੋਈ ਗੱਲ ਨਹੀਂ ਜੀ। ਖਾਰਾ ਸਾਹਿਬ, ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਾਰਸ ਪੰਜਾਬ ਦੇ ਜਥੇਬੰਦੀ ਦਾ ਜਾਂ ਵਾਰਸ ਪੰਜਾਬ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਇਮਾਨ ਸਿੰਘ ਖਾਰਾ ਦਾ ਮੈਸੇਜ ਕੋਈ? ਇਹ ਮੈਸੇਜ ਤਾਂ ਮੇਰਾ ਇਹੀ ਹੋਊਗਾ, ਇੱਕ ਬੇਨਤੀ ਹੈ ਸਾਰੇ ਜੋ ਸੰਗਤਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰ ਸਕਦਾ ਵੀ ਆਪਾਂ ਜੋ ਜਿਨ੍ਹਾਂ ਨੂੰ ਆਪਾਂ ਚੁਣਿਆ, ਜਿਹੜੇ ਉਹ ਅਸੀਂ ਸਹੀ ਕਿਰਦਾਰ ਨਹੀਂ ਚੁਣ ਸਕੇ। ਰਾਜ ਤਾਂ ਸਾਡੇ ਤੋਂ ਹੁਣ ਵੀ ਬਾਹਰ ਲਿਆਂਦਾ, ਜੋ ਰਾਜ ਤਾਂ ਜੋ ਮੈਂ ਕਹੂੰਗਾ ਪੰਜਾਬ ਤੋਂ ਬਾਹਰ ਵਾਲਿਆਂ ਦਾ, ਦਿੱਲੀ ਤੋਂ ਪਾਰ ਵਾਲਿਆਂ ਦਾ। ਤਾਂ ਅਸੀਂ ਕੋਈ ਜੋ ਫਿਊਚਰ ਦੇ ਵਿੱਚ ਇੱਕ ਅਜਿਹਾ ਰਾਜ ਚੁਣੀਏ ਵੀ ਸਾਡੇ ਚੁਣੇ ਹੋਏ ਨੁਮਾਇੰਦੇ ਉਹ ਹੋਣ ਜਿਹੜੇ ਸਾਡੇ ਆਪਦੇ ਹੋਣ, ਜੋ ਸਾਡੇ ਆਪਦੇ ਕੋਈ ਸਾਡੇ ਬਾਰੇ ਕੋਈ ਸੋਚ ਵਿਚਾਰ ਰੱਖਦੇ ਹੋਣ, ਨਾ ਕਿ ਉਹ ਜੋ ਦਿੱਲੀ ਦਾ ਉੱਥੇ ਜਾ ਕੇ ਪਾਣੀ ਭਰਦੇ ਹੋਣ, ਉਹਨਾਂ ਦੇ ਉੱਥੇ ਨਤਮਸਤਕ ਹੁੰਦੇ ਹੋਣ, ਜੋ ਪਾਈਬੋਸ ਕਰਦੇ ਹੋਣ। ਅਜਿਹਾ ਆਪਾਂ ਕੋਈ ਇੱਕ ਜੋ ਸਰਕਾਰੀ ਤੰਤਰ ਅਜਿਹੇ ਨੁਮਾਇੰਦੇ ਚੁਣੀਏ ਪੰਜਾਬ ਦੇ ਵਿੱਚ। ਹਰਿਆਣਾ ਹਾਈ ਕੋਰਟ ਦੇ ਵਿੱਚ ਮੌਜੂਦ ਹਾਂ ਤਾਂ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਖਾਸ ਕਰ ਵਾਰਸ ਪੰਜਾਬ ਦੇ ਜਥੇਬੰਦੀ ਦੇ ਸੰਬੰਧਿਤ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਜਿਹੜਾ ਕਾਨੂੰਨੀ ਲੜਾਈ ਹੈ ਕਿਸ ਤਰੀਕੇ ਦੀ ਲੜੀ ਜਾ ਰਹੀ ਹੈ, ਔਰ ਸੰਗਤ ਨੂੰ ਜਥੇਬੰਦੀ ਦੇ ਵੱਲੋਂ, ਵਕੀਲ ਸਾਹਿਬ ਦੇ ਵੱਲੋਂ ਮੈਸੇਜ ਕੀ ਉਹਨਾਂ ਨੇ ਗੱਲਬਾਤ ਸਾਂਝੀ ਕੀਤੀ। ਔਰ ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਕਿ ਇਸ ਤਰ੍ਹਾਂ ਦੇ ਤਮਾਮ ਪੱਖ ਦੇ ਨਾਲ ਸੰਬੰਧਿਤ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।